ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਉਸ ਖਬਰ ਦੇ ਬਾਰੇ ਜਿਸ ਖਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੀ ਨੀਂਦ ਉਡਾਈ ਹੋਈ ਹੈ ਸਣੇ RSS। ਇਹਨਾਂ ਦੀ ਨੀਂਦ ਜਿਹੜੀ ਆ ਉਹ ਹਰਾਮ ਕਰ ਦਿੱਤੀ ਹੈ। ਇਹ ਖਬਰ ਉਹ ਹੈ ਜਿਹਦੇ ਤਹਿਤ 26 ਪਾਰਟੀਆਂ, ਵਿਰੋਧੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ। ਇਹਨਾਂ ਪਾਰਟੀਆਂ ਦੇ ਇਸ ਇਕੱਠ ਤੇ NDA ਦੀ ਹੋਈ ਬੈਠਕ ਨੂੰ ਵੱਖ-ਵੱਖ ਜਿਹੜੇ ਸਿਆਸੀ ਮਾਹਰ ਨੇ ਉਹ ਆਪੋ ਆਪਣੇ ਤਰੀਕਿਆਂ ਦੇ ਨਾਲ ਇਹਨਾਂ ਚੀਜ਼ਾਂ ਦਾ ਵਿਸ਼ਲੇਸ਼ਣ ਕਰ ਰਹੇ ਨੇ। ਇਹਨਾਂ ਚੀਜ਼ਾਂ ਦੇ ਵਿਸ਼ਲੇਸ਼ਣ ਦੇ ਵਿੱਚ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਾਂ ਤਾਂ ਨਜ਼ਰਅੰਦਾਜ਼ ਕਰ ਰਹੇ ਨੇ ਜਾਂ ਫਿਰ ਕੁਝ ਲੋਕ ਜਿਹੜੇ ਸਰਕਾਰ ਪੱਖੀ ਨੇ, ਜਿਨ੍ਹਾਂ ਨੂੰ ਸਰਕਾਰ ਦੇ ਵਿੱਚੋਂ ਬੁਰਕੀ ਪੈਂਦੀ ਹੈ ਜਾਂ ਜਿਨ੍ਹਾਂ ਨੂੰ ਸਰਕਾਰ ਦੇ ਵਿੱਚੋਂ ਟੁੱਕੜ ਮਿਲਦਾ ਤਾਂ ਉਹ ਇਹਨਾਂ ਚੀਜ਼ਾਂ ਨੂੰ ਕਈ ਜਿਹੜੇ ਤੱਥ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਸਰਕਾਰ ਦਾ ਹੀ ਪੱਖ ਪੂਰੇ ਨੇ। ਉਹਨਾਂ ਨੂੰ ਹੱਕ ਹੈ ਕਿਉਂਕਿ ਉਹ ਸਰਕਾਰ ਦੇ ਲੋਨ ਦੀ ਜਿਹੜੀ ਹੈ ਉਹ ਕੀਮਤ ਅਦਾ ਕਰ ਰਹੇ ਨੇ। ਪਰ ਤਸਵੀਰ ਹੋਰ ਵੀ ਹੈ ਜਿਹਦੇ ਤੇ ਗੌਰ ਕਰਨੀ ਬਣਦੀ ਹੈ ਔਰ ਉਹ ਤਸਵੀਰ ਪ੍ਰਤੱਖ ਹੈ, ਉਹਦੇ ਵਿੱਚ ਕਿਸੇ ਚੀਜ਼ ਨੂੰ ਝੁਠਲਾਇਆ ਨਹੀਂ ਜਾ ਸਕਦਾ। ਤੁਸੀਂ ਸਰਕਾਰ ਪੱਖੀ ਹੋ, ਸਰਕਾਰ ਵਿਰੋਧੀ ਹੋ, ਸਰਕਾਰ ਦੇ ਸਮਰਥਕ ਹੋ, ਸਰਕਾਰ ਦੇ ਆਲੋਚਕ ਹੋ। ਤੁਹਾਨੂੰ ਇਹ ਕਹਿਣਾ ਪਊਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਹੈ। ਤੁਹਾਨੂੰ ਮੰਨਣਾ ਪਊਗਾ ਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ, ਕੇਂਦਰੀ ਗ੍ਰਹਿ ਮੰਤਰੀ। ਤੁਹਾਨੂੰ ਇੱਕ ਚੀਜ਼ਾਂ ਕਹਿਣੀਆਂ ਪੈਣੀਆਂ। ਤੁਸੀਂ ਕਿਵੇਂ ਕਹਿ ਦਿਓਗੇ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨਹੀਂ ਹੈ? ਤੁਸੀਂ ਕਿਵੇਂ ਕਹਿ ਦਿਓਗੇ ਕਿ ਅਸ਼ੋਕ ਗਹਿਲੋਤ ਰਾਜਸਥਾਨ ਦੇ ਮੁੱਖ ਮੰਤਰੀ ਨਹੀਂ ਹੈ? ਇਹਨਾਂ ਚੀਜ਼ਾਂ ਦੇ ਆਧਾਰ ਤੇ ਕਿ ਅੱਜ ਭਾਰਤ ਦਾ ਸਿਆਸੀ ਨਕਸ਼ਾ ਕੀ ਕਹਿੰਦਾ ਤੇ ਲੰਘੀਆਂ ਚੋਣਾਂ ਦੇ ਵਿੱਚ ਕੀ ਕੁਝ ਵਾਪਰਿਆ ਔਰ ਇਹ ਸ਼ਾਇਦ ਉਹਨਾਂ ਲੋਕਾਂ ਲਈ ਸ਼ੀਸ਼ਾ ਹੋਊਗੀ ਚੀਜ਼। ਅੱਜ ਦੀ ਰਿਪੋਰਟ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦਾ ਜੋ ਇਹ ਗੱਠਜੋੜਾ ਨਿਰਾ ਆਧਾਰ ਆ ਕੁਛ ਨਹੀਂ। ਕੁਝ ਲੋਕਾਂ ਨੂੰ ਮੈਂ ਸੁਣਿਆ ਜਿਹੜੇ ਲੋਕ ਸਰਕਾਰ ਦੀ ਬੁਰਕੀ ਤੇ ਪਲਦੇ ਨੇ ਉਹ ਸ਼ਾਇਦ ਉਹਨਾਂ ਚੀਜ਼ਾਂ ਦੇ ਵਿੱਚ ਹੀ ਜਿਉਂ ਰਹੇ ਨੇ ਜਿਹੜੀਆਂ ਉਹ ਆਪਣੀ ਨਜ਼ਰ ਦੇ ਨਾਲ ਦੇਖਣਾ ਚਾਹੁੰਦੇ ਨੇ, ਪਰ ਉਹ ਤਸਵੀਰ ਦੇ ਦੂਜੇ ਪਹਿਲੂ ਤੋਂ ਬਿਲਕੁਲ ਜਾਂ ਤਾਂ ਅਣਜਾਣ ਨੇ ਤੇ ਜਾਂ ਉਸ ਬਾਰੇ ਬੋਲਣ ਦੀ ਉਹਨਾਂ ਦੇ ਵਿੱਚ ਜ਼ਰੂਰਤ ਨਹੀਂ ਹੈ। ਇਹਨਾਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਹੈ ਕਾਂਗਰਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਇਸ ਪੂਰੇ ਪ੍ਰਕਰਨ ਦੇ ਵੱਖ-ਵੱਖ ਪਹਿਲੂ ਆ, ਕਿਉਂਕਿ ਇੱਕ ਪਹਿਲੂ ਤਾਂ ਇਹ ਹੈ ਕਿ ਇੰਡੀਆ ਇੱਕ ਨਵਾਂ ਸ਼ਬਦ ਮਿਲਿਆ, ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ। ਇਹਦਾ ਪੂਰਾ ਜਿਹੜਾ ਸ਼ਬਦ ਜੋੜ ਆ ਉਹ ਇੰਡੀਆ ਬਣਦਾ। ਇਹਨੂੰ ਲੈ ਕੇ ਇੱਕ ਪਰਚਾ ਵੀ ਹੋ ਗਿਆ ਹੁਣ। ਦੂਜੇ ਪਾਸੇ NDA ਹੈ ਔਰ ਇਹਦੇ ਤੇ ਗੱਲਬਾਤ ਕਰਾਂਗੇ ਕਿ ਜਿਹੜਾ ਇੰਡੀਆ ਤੇ NDA ਹੈ ਇਹਦੀ ਜਿਹੜੀ ਲੜਾਈ ਹੈ ਉਹ ਕਿੱਥੋਂ ਤੱਕ ਹੈ। ਔਰ ਇੱਕ ਸੱਚ ਹੈ, ਇਸ ਰਿਪੋਰਟ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹ ਸੱਚ ਹੈ ਕਿ ਜਿਹੜੇ ਇਹ 26 ਪਾਰਟੀਆਂ ਦੇ ਨੁਮਾਇੰਦੇ ਇਕੱਠੇ ਹੋਏ ਆ, ਇਹ ਨੁਮਾਇੰਦੇ ਜਿਹੜੇ ਨੇ ਇਹ ਸਾਰੇ ਮੋਦੀ ਵਿਕਟਮ ਨੇ। ਇਹ ਸਾਰੇ ਐਂਟੀ ਮੋਦੀ ਲੋਕ ਕਹਿ ਲਓ ਜਾਂ ਉਹ ਲੋਕ ਨੇ ਜਿਨ੍ਹਾਂ ਦਾ ਮੋਦੀ ਦੀ ਸੱਤਾ ਦੇ ਵਿੱਚ ਹੱਥ ਨਹੀਂ ਪਿਆ, ਜਾਂ ਕਹਿ ਲਓ ਕਿ ਉਹ ਸੱਤਾ ਦੇ ਇਹ ਸਤਾਏ ਹੋਏ ਲੋਕ ਨੇ। ਔਰ ਇਹਦੇ ਵਿੱਚ ਕੋਈ ਇਹ ਦੋ ਰਾਏ ਨਹੀਂ ਕਿ ਇਹ ਸਾਰੀ ਜਿਹੜੀ ਗੱਠਜੋੜ ਹੈ ਇਹ ਇੱਕ ਮਜਬੂਰੀ ਹੈ, ਸਿਆਸੀ ਮੌਕਾ ਪ੍ਰਸਤੀ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ। ਪਰ ਹਾਂ, ਨਾਲ ਇੱਕ ਆਜ਼ਾਦੀ ਵੀ ਹੈ ਕਿ ਤੁਸੀਂ ਕਿਸੇ ਵੀ ਪਾਰਟੀ ਨਾਲ ਜਾ ਸਕਦੇ ਹੋ, ਉਹਦੇ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਤੁਹਾਡੇ ਵਿਚਾਰਧਾਰਾ ਦੇ ਆਧਾਰ ਤੇ, ਤੁਹਾਡੇ ਜਿਹੜੇ ਪਾਲਿਸੀਜ਼ ਦੇ ਆਧਾਰ ਤੇ ਤੁਸੀਂ ਕਿਸੇ ਨਾਲ ਵੀ ਗੱਠਜੋੜ ਕਰੋ, ਉਹਦੇ 'ਚ ਕਿਸੇ ਨੂੰ ਕਿੰਤੂ ਨਹੀਂ ਹੋਣਾ ਚਾਹੀਦਾ। ਪਰ ਇਹ ਸੱਚ ਹੈ ਕਿ ਅੱਜ ਜਿਹੜੇ 26 ਪਾਰਟੀਆਂ ਦੇ ਲੋਕ ਇਕੱਠੇ ਹੋਏ ਆ, ਇਹ ਲੋਕ ਖੁਦ ਕਿਸੇ ਵੀ ਜ਼ਮੀਨੀ ਪੱਧਰ ਦੀ ਜਿਹੜੀ ਲੜਾਈ ਹੈ ਉਹਦੇ ਵਿੱਚ ਸ਼ਾਮਲ ਨਹੀਂ ਹੋਏ। ਭਾਵੇਂ ਉਹ ਬਲਡੋਜ਼ਰ ਚਲਾਇਆ ਜਾ ਰਿਹਾ ਸੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਘਰਾਂ ਦੇ ਵਿੱਚ, ਭਾਵੇਂ ਉਹ ਨਰਾਤਿਆਂ ਵੇਲੇ ਜੋ ਮੁਸਲਿਮ ਵਿਕਰੇਤਾ ਨੇ ਸਬਜ਼ੀਆਂ ਦੇ ਉਹਨਾਂ ਦਾ ਬਾਈਕਾਟ ਕੀਤਾ ਜਾ ਰਿਹਾ ਸੀ, ਭਾਵੇਂ ਉਹ ਸਿੱਖ ਭਾਈਚਾਰੇ ਦੇ ਕੁਝ ਇਸ਼ੂ ਸੀਗੇ ਉਹਨਾਂ ਦੇ ਉੱਤੇ, ਭਾਵੇਂ ਉਹ ਰਾਜਾਂ ਦੇ ਵੱਧ ਅਖਤਿਆਰਾਂ ਦਾ ਮਸਲਾ ਸੀ ਉਹਨਾਂ ਦੇ ਉੱਤੇ। ਅੱਜ ਜਿਹੜਾ ਅਰਵਿੰਦ ਕੇਜਰੀਵਾਲ ਪਿੱਟਦਾ ਫਿਰਦਾ ਕਿ ਆਰਡੀਨੈਂਸ ਆ ਗਿਆ, ਇਹ ਅਰਵਿੰਦ ਕੇਜਰੀਵਾਲ ਖੁਦ ਜਦੋਂ ਧਾਰਾ 370 ਤੋੜੀ ਗਈ ਸੀ ਉਦੋਂ ਵਧਾਈ ਦੇ ਰਿਹਾ ਸੀਗਾ। ਇਹ ਅਰਵਿੰਦ ਕੇਜਰੀਵਾਲ ਖੁਦ ਉਹੀ ਕੇਜਰੀਵਾਲ ਹੈ ਜਿਹੜਾ NRC ਦੇ ਮੁੱਦੇ ਉੱਤੇ ਚੁੱਪ ਰਿਹਾ, ਜਿਹਨੇ ਕੁਛ ਵੀ ਬੋਲਣ ਤੋਂ ਜਿਹੜਾ ਨਾ ਕਰ ਦਿੱਤੀ। ਇਹ ਕੇਜਰੀਵਾਲ ਉਹੀ ਹੈ ਜਿਹੜਾ ਦਿੱਲੀ ਹਿੰਸਾ ਦੇ ਉੱਤੇ ਕੁਛ ਵੀ ਨਹੀਂ ਬੋਲਿਆ। ਉਦੋਂ ਨਹੀਂ ਬੋਲਿਆ ਜਦੋਂ ਦੇਸ਼ ਕੇ ਗद्दारों को ਗੋਲੀ ਮਾਰੋ ਡੈਸ਼ ਕੋ, ਉਦੋਂ ਨਾਅਰੇ ਲੱਗ ਰਹੇ ਸੀ। ਉਹੀ ਕੇਜਰੀਵਾਲ ਹੈ। ਖੈਰ, ਫਿਰ ਕਿ ਇਹ ਮੁੱਦਾ ਨਹੀਂ ਹੈ। ਉਸ ਤੋਂ ਬਾਅਦ ਏਜੰਸੀਆਂ ਦੀ ਮਦਦ ਦੇ ਨਾਲ ਜਦੋਂ ਲੋਕਾਂ ਦੇ ਹੱਕ ਹਕੂਕ ਕੁਚਲੇ ਜਾ ਰਹੇ ਸੀ ਉਦੋਂ ਨਹੀਂ ਇਹ ਲੋਕ ਬੋਲੇ। ਜਦੋਂ ਰਾਫੇਲ ਦਾ ਮੁੱਦਾ ਸੀ ਉਦੋਂ ਨਹੀਂ ਲੋਕ ਬੋਲੇ। ਜਦੋਂ ਪੈਗਾਸਸ ਦਾ ਮੁੱਦਾ ਸੀ ਉਦੋਂ ਨਹੀਂ ਲੋਕ ਬੋਲੇ। ਸੋ ਇਹ ਲੋਕ ਜ਼ਮੀਨੀ ਸੰਘਰਸ਼ ਤੋਂ ਨਦਾਰਦ ਰਹੇ ਨੇ ਲਗਾਤਾਰ, ਪਰ ਫਿਰ ਵੀ ਇਹਨਾਂ ਦੀ ਇੱਕ ਸਿਆਸੀ ਮਜਬੂਰੀ ਨੇ ਇਹਨਾਂ ਨੂੰ ਇੱਕ ਮੰਚ ਤੇ ਖੜੇ ਕੀਤਾ ਤੇ ਆਪਾਂ ਉਸ ਮੰਚ ਤੋਂ ਬਾਅਦ ਦੇਸ਼ ਦਾ ਜੋ ਸਿਆਸੀ ਨਕਸ਼ਾ ਬਣ ਰਿਹਾ ਉਹਦੇ ਤੇ ਚਰਚਾ ਕਰ ਰਹੇ ਹਾਂ ਕੀ ਹੋ ਕੀ ਸਕਦਾ। ਮੈਂ ਗੱਲਬਾਤ ਸ਼ੁਰੂ ਕੀਤੀ ਸੀ ਕਾਂਗਰਸ ਤੋਂ। ਕਾਂਗਰਸ ਬਾਰੇ ਬਹੁਤ ਲੋਕ ਇਹ ਕਹਿ ਰਹੇ ਨੇ ਕਿ ਕਾਂਗਰਸ ਜਿਹੜੀ ਆ ਉਹ ਬੜੀ ਕਮਜ਼ੋਰ ਹੈ, ਕਾਂਗਰਸ ਦੀ ਇਸ ਵੇਲੇ ਹਾਲਤ ਬਹੁਤ ਮਾੜੀ ਹੈ।
ਪਰ ਇਹ ਇੱਕ ਪਹਿਲੂ ਹੈ। ਦੂਜਾ ਪਹਿਲੂ ਇਹ ਹੈ ਕਿ ਕਾਂਗਰਸ ਨੇ ਹਾਲੀਆ ਦਿਨਾਂ ਦੇ ਵਿੱਚ ਕੁਝ ਲੰਘੀਆਂ ਸਿਆਸੀ ਘਟਨਾਵਾਂ ਦੇ ਵਿੱਚ ਕਾਂਗਰਸ ਨੇ ਜਿਹੜੀ ਆ ਉਹ ਬਾਜ਼ੀ ਮਾਰੀ ਹੈ। ਮੈਂ ਕਿਵੇਂ ਕਹਿ ਰਿਹਾ ਇਹ ਗੱਲ, ਕਿਉਂਕਿ ਇਹ ਬਿਲਕੁਲ ਸੱਚ ਹੈ ਕਿ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਬਿਹਾਰ, ਪੱਛਮੀ ਬੰਗਾਲ, ਉੜੀਸਾ, ਇੱਥੇ ਕਾਂਗਰਸ ਪੂਰੀ ਤਰ੍ਹਾਂ ਦੇ ਨਾਲ ਕਮਜ਼ੋਰ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਹ ਸੱਚ ਹੈ। ਕਾਂਗਰਸ ਪਾਰਟੀ ਨੂੰ ਵੀ ਮੰਨਣੀ ਇਹ ਗੱਲ ਪਊਗੀ, ਪਰ ਕਾਂਗਰਸ ਨੇ ਇਹਨਾਂ ਰਾਜਾਂ ਦੇ ਵਿੱਚ ਕਮਜ਼ੋਰ ਹੋਣ ਦੇ ਬਾਵਜੂਦ ਆਉਣ ਵਾਲੇ ਸਮੇਂ ਦੇ ਵਿੱਚ, ਔਰ ਮੈਂ ਦੱਸ ਦੇਵਾਂ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਬਿਹਾਰ, ਪੱਛਮੀ ਉੜੀਸਾ, ਇੱਥੇ ਕਾਂਗਰਸ ਕਮਜ਼ੋਰ ਹੀ ਹੈ। ਹਰਿਆਣਾ, ਰਾਜਸਥਾਨ, ਮਾਫ ਕਰਨਾ, ਪੰਜਾਬ, ਇੱਥੇ ਦਿੱਲੀ, ਇੱਥੇ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਨਹੀਂ ਰਹੀ। ਹਰਿਆਣੇ ਦੇ ਵਿੱਚ ਤਾਂ ਲਗਾਤਾਰ ਕਾਫੀ ਸਮੇਂ ਤੋਂ ਸੱਤਾ ਦੇ ਵਿੱਚ ਨਹੀਂ, ਤੇ ਦਿੱਲੀ ਦੇ ਵਿੱਚ ਤਾਂ ਪਿਛਲੇ ਜਦੋਂ ਅਰਵਿੰਦ ਕੇਜਰੀਵਾਲ ਆਏ ਨੇ ਉਦੋਂ ਸੱਤਾ ਦੇ ਵਿੱਚ ਨਹੀਂ। ਤੇ ਇਸੇ ਤਰ੍ਹਾਂ ਗੁਜਰਾਤ ਆ ਜਿੱਥੇ ਕਾਂਗਰਸ ਬਹੁਤ ਚਿਰ ਤੋਂ ਸੁਪਨਾ ਪਾਲੀ ਬੈਠੀ ਹੈ ਕਿ ਅਸੀਂ ਸੱਤਾ ਦੇ ਵਿੱਚ ਆਈਏ, ਪਰ ਉਹ ਨਹੀਂ ਆ ਸਕੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ ਸੱਤਾ ਦੇ ਵਿੱਚ ਨਹੀਂ ਰਹੀ। ਇਹ ਚੀਜ਼ਾਂ ਉਹ ਨੇ ਜਿਹੜੀਆਂ ਕਾਂਗਰਸ ਦੇ ਵਿਰੁੱਧ ਭੁਗਤਦੀਆਂ ਨੇ। ਪਰ ਦੂਜਾ ਪਾਸਾ ਕੀ ਹੈ? ਦੂਜਾ ਪਾਸਾ ਇਹ ਹੈ ਕਿ 2024 ਦੀਆਂ ਜੋ ਚੋਣਾਂ ਆਉਣੀਆਂ ਨੇ, ਇਦੋਂ ਪਹਿਲਾਂ ਇੱਕ ਸੈਮੀਫਾਈਨਲ ਹੋਣਾ 5 ਰਾਜਾਂ ਦਾ। ਇਹਨਾਂ ਦੇ ਵਿੱਚੋਂ 3 ਰਾਜਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ। ਉਹ 3 ਰਾਜ ਕਿਹੜੇ ਨੇ? ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਛੱਤੀਸਗੜ੍ਹ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਛੱਤੀਸਗੜ੍ਹ ਦਾ ਮੁੱਖ ਮੰਤਰੀ ਕੌਣ ਹੈ? ਭੁਪੇਸ਼ ਬਘੇਲ। ਭੁਪੇਸ਼ ਬਘੇਲ ਕੌਣ ਹੈ? ਜਿਹਨੇ ਕਰੋਨਾ ਦੀ ਮੀਟਿੰਗ ਕਰਨ ਤੋਂ ਬਾਅਦ ਨਰਿੰਦਰ ਮੋਦੀ ਬਾਰੇ ਕਿਹਾ ਸੀਗਾ ਕਿ ਪ੍ਰਧਾਨ ਮੰਤਰੀ ਸਿਰਫ ਇੱਕ ਤਰਫਾ ਕਮਿਊਨੀਕੇਸ਼ਨ ਕਰਦੇ ਨੇ, ਸਿਰਫ ਉਹ ਕਮਾਂਡ ਦਿੰਦੇ ਨੇ। ਜਦ ਸੂਬਿਆਂ ਦੇ ਰਾਜਾਂ ਦੇ ਮੁੱਖ ਮੰਤਰੀ ਕੁਝ ਕਹਿਣਾ ਚਾਹੁੰਦੇ ਨੇ ਤਾਂ ਉਦੋਂ ਉਹ ਉਹਨਾਂ ਦੀ ਆਵਾਜ਼ ਬੰਦ ਕਰ ਦਿੰਦੇ ਨੇ। ਸੋ ਇੱਕ ਪਹਿਲੂ ਤਾਂ ਇਹ ਰਿਹਾ। ਦੂਜਾ ਇਹ ਹੈ ਕਿ ਛੱਤੀਸਗੜ੍ਹ ਤੇ ਰਾਜਸਥਾਨ, ਇੱਥੇ ਕਾਂਗਰਸ ਜਿਹੜੀ ਆ ਉਹ ਸੱਤਾ ਦੇ ਵਿੱਚ ਹੈ। ਮੱਧ ਪ੍ਰਦੇਸ਼ ਉਹ ਸੂਬਾ ਜਿੱਥੇ ਕਾਂਗਰਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਕਾਂਗਰਸ ਦੀ ਬਣੀ ਬਣਾਈ ਸਰਕਾਰ ਭਾਜਪਾ ਨੇ ਬਣਾ ਲਈ ਸੀ, ਕਿਉਂਕਿ ਜੋਤੀਰਾਏ ਸਿੰਧੀਆ ਕਮਲਨਾਥ ਤੋਂ ਸਤੇ ਸਤਾਏ, ਜਿਵੇਂ ਰਾਜਸਥਾਨ ਦੇ ਵਿੱਚ ਗਹਿਲੋਤ ਤੇ ਪਾਇਲਟ ਦਾ ਆਪਸੀ ਜੋ ਹਮੇਸ਼ਾ ਟਕਰਾਰ ਚੱਲਦਾ ਹੈ, ਜਿਵੇਂ ਪੰਜਾਬ ਦੇ ਵਿੱਚ ਚੱਲ ਰਿਹਾ, ਇਸੇ ਤਰ੍ਹਾਂ ਉਹ ਇਹੀ ਇਸ਼ੂ ਉੱਥੇ ਹੈ ਕਾਂਗਰਸ ਦੇ ਨਾਲ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਉੱਥੇ ਵੀ ਮੱਧ ਪ੍ਰਦੇਸ਼ ਦੇ ਵਿੱਚ ਵੀ ਕਮਲਨਾਥ ਦੀ ਸਰਕਾਰ ਸੀ, ਜੋਤੀਰਾਏ ਸਿੰਧੀਆ ਅਲੱਗ ਹੁੰਦੇ ਨੇ, ਸਰਕਾਰ ਟੁੱਟ ਜਾਂਦੀ ਹੈ ਤੇ ਬਾਅਦ ਦੇ ਵਿੱਚ ਸਰਕਾਰ ਬਣਦੀ ਹੈ ਉੱਥੇ ਭਾਜਪਾ ਦੀ। ਉੱਥੇ ਹੁਣ ਜਿਹੜੀਆਂ ਨੇ ਸਰਕਾਰਾਂ ਤਿੰਨੇ ਭਾਜਪਾ ਦੀ ਇੱਕ ਤੇ 2 ਕਾਂਗਰਸ ਦੀਆਂ ਨੇ, ਜਿੱਥੇ ਸਿੱਧਾ ਮੁਕਾਬਲਾ ਕਾਂਗਰਸ ਤੇ ਬੀਜੇਪੀ ਦਾ। ਖੈਰ, ਉਸ ਤੋਂ ਬਾਅਦ ਵੀ ਆਪਾਂ ਜੇ ਗੱਲ ਕਰੀਏ ਤਾਂ ਲਗਾਤਾਰ ਦੋਸ਼ ਲੱਗਦੇ ਰਹੇ ਨੇ। ਇਹ ਵੀ ਸ਼ਿਵਰਾਜ ਸਿੰਘ ਚੌਹਾਨ ਉੱਥੇ ਮੁੱਖ ਮੰਤਰੀ ਨੇ, ਪਰ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਜਿਹੜਾ ਮੰਚ ਸਾਂਝਾ ਕਰ ਰਹੇ ਆ, ਇਹ ਕਦੇ ਇੱਕ ਦੂਜੇ ਤੇ ਖੁਦ ਦੋਸ਼ ਲਾਉਂਦੇ ਆ, ਆਮ ਆਦਮੀ ਪਾਰਟੀ ਤੇ ਕਾਂਗਰਸੀਏ, ਕਿ ਇਹਨਾਂ ਦੀ ਹਾਰ ਦਾ ਇਹਨਾਂ ਦੇ ਕਰਕੇ ਸੀ ਹਾਰ ਸਾਡੀ ਹੋਈ ਹੈ। ਗੁਜਰਾਤ ਦੇ ਵਿੱਚ ਉਹ ਦੱਸਦੇ ਨੇ ਕਿ ਇਹਨਾਂ ਕਰਕੇ ਸਾਡੀ ਹਾਰ ਹੋਈ ਹੈ। ਕਈ ਹੋਰ ਰਾਜਾਂ ਦੇ ਵਿੱਚ ਵੀ ਉਹ ਦੱਸਦੇ ਨੇ ਕਿ ਕਾਂਗਰਸ ਦੀ ਹਾਰ ਦਾ ਕਾਰਨ ਕੇਜਰੀਵਾਲ ਐਂਡ ਪਾਰਟੀ ਜਿਹੜੇ ਆ ਉਹ ਬਣ ਜਾਂਦੇ ਨੇ। ਜਿਹੜੀਆਂ 26 ਪਾਰਟੀਆਂ ਮੋਦੀ ਦੇ ਵਿਰੋਧ ਦੇ ਵਿੱਚ ਖੜੀਆਂ, ਇਹਨਾਂ ਦੇ ਵਿੱਚੋਂ 11 ਪਾਰਟੀਆਂ ਇਸ ਵੇਲੇ ਸੱਤਾਧਾਰੀ ਨੇ, ਮਤਲਬ ਇਹਨਾਂ ਦੀ ਕਿਸੇ ਨਾ ਕਿਸੇ ਸੂਬੇ ਦੇ ਵਿੱਚ ਸੱਤਾ ਦੇ ਵਿੱਚ ਹਿੱਸੇਦਾਰੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਵਿੱਚ ਜੋ ਅੱਜ ਸਥਿਤੀ ਕਾਂਗਰਸ ਦੀ ਹੈ, ਪਰ ਕਾਂਗਰਸ ਐਡੀ ਛੋਟੀ ਵੀ ਨਹੀਂ। ਉਹ ਲੰਘੀਆਂ ਚੋਣਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਤੇ ਕਰਨਾਟਕ ਦੇ ਵਿੱਚ ਆਪਣੀ ਸਰਕਾਰ ਜਿਹੜੀ ਆ ਉਹ ਬਣਾ ਚੁੱਕੀ ਹੈ। ਇਹ ਤਾਂ ਸੀ ਕਾਂਗਰਸ ਤੇ ਵਿਰੋਧੀ ਪਾਰਟੀਆਂ ਦੀ ਦਸ਼ਾ। ਹੁਣ ਆਉਣਾ ਦੂਜੇ ਪਾਸੇ ਐਨਡੀਏ ਵਾਲੇ ਪਾਸੇ। ਐਨਡੀਏ ਦੇ ਵਿੱਚ ਜਿਹੜੀ ਹੈ ਉਹ ਇਸ ਵੇਲੇ ਐਨਡੀਏ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਹੜੇ ਕਿ ਹੁਣ ਪਹਿਲਾਂ ਤਾਂ ਇਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਪ੍ਰਧਾਨ ਮੰਤਰੀ ਖੁਦ ਹੀ ਸਾਰਿਆਂ ਤੇ ਭਾਰੂ ਨੇ, ਪਰ ਅੱਜ ਕੱਲ੍ਹ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਦੇ ਵੀ ਗੋਡੀ ਗਿੱਟੇ ਹੱਥ ਲਾ ਰਹੇ ਨੇ, ਜਿਨ੍ਹਾਂ ਨੂੰ ਕਦੇ ਉਹਨਾਂ ਨੇ ਅਲਾਇੰਸ ਦੇ ਵਿੱਚੋਂ ਦਵਲਿਆ ਸੀਗਾ। ਸੋ ਇਸੇ ਨੀਤੀ ਦੇ ਤਹਿਤ ਉਹਨਾਂ ਨੇ ਆਪਣੇ ਸਹਿਯੋਗੀਆਂ ਨੂੰ ਵੀ ਨਹੀਂ ਬਖਸ਼ਿਆ। ਅੱਜ ਜਿਹੜੀ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੀ ਹੈ, ਜਾਂ ਤੁਹਾਨੂੰ ਲੱਗਦਾ ਕਿ ਤੇਲਗੂ ਦੇਸ਼ਮ ਪਾਰਟੀ ਦੀ ਹੈ, ਆਪਣਾ ਲੋਕ ਦਲ ਦੀ ਹੈ, ਲੋਕ ਜਨ ਸ਼ਕਤੀ ਪਾਰਟੀ ਦੀ ਹੈ, ਤਾਂ ਸਾਰੀਆਂ ਉਹ ਮਿਸਾਲਾਂ ਵਾ ਜਿਨ੍ਹਾਂ ਦੇ ਰਾਹੀਂ ਭਾਜਪਾ ਨੇ ਪਹਿਲਾਂ ਆਪਣੇ ਨਾਰ ਲਾਇਆ ਤੇ ਬਾਅਦ ਦੇ ਵਿੱਚ ਉਹਨਾਂ 'ਚੋਂ ਹੀ ਲੀਡਰ ਕੱਢ ਕੇ ਉਹਨਾਂ ਪਾਰਟੀਆਂ 'ਚੋਂ ਹੀ ਤੇ ਉਹਨਾਂ ਦਾ ਤਕਰੀਬਨ ਭੋਗ ਪਾਉਣ ਵਾਲੀ ਸਥਿਤੀ ਦੇ ਵਿੱਚ ਕਰ ਦਿੱਤਾ। ਇਸੇ ਤਰ੍ਹਾਂ ਮੱਧ ਪ੍ਰਦੇਸ਼, ਕਰਨਾਟਕ ਤੇ ਗੋਆ ਦੇ ਵਿੱਚ ਕਾਂਗਰਸ ਨੂੰ ਸਾਂਝ ਲਾਈ ਸੀ। ਕਰਨਾਟਕ ਦੇ ਵਿੱਚ ਇਹ ਦਾ ਉਲਟਾ ਪੈ ਗਿਆ ਤੇ ਮੱਧ ਪ੍ਰਦੇਸ਼ ਦੇ ਵਿੱਚ ਇਹ ਅਸਾਰ ਬਣੇ ਹੋਏ ਆ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਤੇ ਐਨਸੀਪੀ ਨੂੰ ਤੋੜਨ ਦੀ ਖੇਡ ਨੇ ਭਾਜਪਾ ਦੀ ਉੱਥੇ ਹਾਲਤ ਹੋਰ ਵੀ ਪਤਲੀ ਕਰ ਦਿੱਤੀ ਹੈ। ਪਿਛਲੇ ਕਈ ਦਿਨਾਂ ਦੇ ਵਿੱਚ ਉੱਥੋਂ ਦਾ ਇੱਕ ਅਖਬਾਰ ਹੈ ਜਿਹਨੇ ਸਰਵੇ ਕੀਤਾ, ਇਹ ਗੱਠਜੋੜ ਟੁੱਟਣ ਤੋਂ ਪਹਿਲਾਂ ਭਾਜਪਾ ਦੀ ਸਰਕਾਰ ਜਦੋਂ ਬਣੀ ਸੀ, ਖਾਸ ਸ਼ਿਵ ਸੈਨਾ ਤੇ ਐਨਸੀਪੀ ਨੂੰ ਤੋੜਨ ਦੀ ਜਿਹੜੀ ਖੇਡ ਹੈ, ਇਦੋਂ ਪਹਿਲਾਂ ਭਾਜਪਾ ਦਾ ਵੋਟ ਸ਼ੇਅਰ ਤੇ ਇਦੋਂ ਬਾਅਦ ਦਾ ਭਾਜਪਾ ਦਾ ਵੋਟ ਸ਼ੇਅਰ 7% ਦਾ ਉਹਨਾਂ ਦਾ ਆਪਸ ਵਿੱਚ ਦੀ ਫਰਕ ਹੈ। ਹੁਣ ਗੱਲ ਕਰਦੇ ਹਾਂ ਕਿ ਹੁਣ ਸਿਆਸੀ ਦ੍ਰਿਸ਼ ਕੀ ਕਹਿੰਦਾ।
ਐਨਡੀਏ ਦੇ ਵਿੱਚ ਕਦੇ ਨਿਤਿਸ਼ ਕੁਮਾਰ ਮੋਹਰੀ ਹੁੰਦੇ ਸੀਗੇ, ਪਰ ਅੱਜ ਉਹ ਕਿੱਧਰ ਨੇ? ਅੱਜ ਉਹ ਦੂਜੇ ਇੰਡੀਆ ਵਾਲੇ ਪਾਸੇ ਨੇ। ਉਹ ਵਿਰੋਧੀ ਧਿਰਾਂ ਦੇ ਨਾਲ ਹੈ ਤੇ ਬਿਹਾਰ ਦੇ ਵਿੱਚ ਗੱਠਜੋੜ ਦੀ ਸਰਕਾਰ ਚਲਾ ਰਿਹਾ। ਭਾਜਪਾ ਦੀ ਬੀ ਟੀਮ ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਵੀ ਵਿਰੋਧੀ ਧਿਰਾਂ ਦੇ ਨਾਲ ਹੈ। ਉਹ ਇੱਕ ਕੌਮੀ ਪਾਰਟੀ ਹੈ, 2 ਰਾਜਾਂ ਦੇ ਵਿੱਚ ਉਸ ਦੀ ਸਰਕਾਰ ਹੈ। ਤ੍ਰਿਣਮੂਲ ਕਾਂਗਰਸ, DMK ਤੇ ਲੈਫਟ ਦੀਆਂ ਵੀ ਬੰਗਾਲ, ਤਾਮਿਲਨਾਡੂ ਤੇ ਕੇਰਲਾ ਦੇ ਵਿੱਚ ਸਰਕਾਰਾਂ ਨੇ। ਕੁੱਲ ਮਿਲਾ ਕੇ ਮਹਾਂ ਗੱਠਜੋੜ ਦੇ ਵਿੱਚ ਸ਼ਾਮਲ ਪਾਰਟੀਆਂ ਦੀਆਂ 11 ਰਾਜਾਂ ਦੇ ਵਿੱਚ ਸਰਕਾਰਾਂ ਨੇ। ਭਾਜਪਾ ਨੇ ਐਲਾਨ ਕੀਤਾ ਕਿ ਉਸ ਦੀ ਮੀਟਿੰਗ ਦੇ ਵਿੱਚ 38 ਪਾਰਟੀਆਂ ਸ਼ਾਮਲ ਹੋਈਆਂ। ਇਹਨਾਂ ਦੇ ਵਿੱਚ 8 ਉੱਤਰ ਪੂਰਬੀ ਰਾਜਾਂ ਦੀਆਂ ਪਾਰਟੀਆਂ, ਜਿਨ੍ਹਾਂ ਦੀਆਂ ਟੋਟਲ ਸੀਟਾਂ ਸਿਰਫ 25 ਬਣਦੀਆਂ ਲੋਕ ਸਭਾ। ਇੰਨੀਆਂ ਕੁ ਪਾਰਟੀਆਂ ਬਿਹਾਰ ਦੀਆਂ ਵੀ ਨੇ, ਜਿਹੜੀਆਂ ਪਾਟੋ ਧਾੜ ਕਰਕੇ 2-2 ਬਣ ਕੇ ਗਿਣਤੀ ਵਧਾ ਰਹੀਆਂ ਨੇ। ਪਰ ਅਸਲ ਦੇ ਵਿੱਚ ਵਿਰੋਧੀ ਧਿਰਾਂ ਤੋਂ ਬਾਹਰ ਸਿਰਫ 3 ਪਾਰਟੀਆਂ ਨੇ, ਜਿਨ੍ਹਾਂ ਦਾ ਆਪਣੇ ਸੂਬੇ ਦੇ ਵਿੱਚ ਰਾਜ ਹੈ ਤੇ ਆਧਾਰ ਵੀ ਇਹ ਹੈ ਤੇਲੰਗਾਨਾ ਦੀ ਭਾਰਤ ਰਾਸ਼ਟਰ ਸਮਿਤੀ, ਆਂਧਰਾ ਦੀ YSR ਕਾਂਗਰਸ ਤੇ ਉੜੀਸਾ ਦੀ ਬੀਜੂ ਜਨਤਾ ਦਲ। ਦੂਜੇ ਪਾਸੇ ਜਿਹੜਾ ਇੰਡੀਆ ਵਾਲਾ, ਜਿੱਧਰ ਕੇਜਰੀਵਾਲ, ਨਿਤਿਸ਼ ਕੁਮਾਰ, ਰਾਹੁਲ ਗਾਂਧੀ, ਇਹ ਸਾਰੇ ਧੜੇ ਨੇ, ਲਾਲੂ ਪ੍ਰਸਾਦ ਯਾਦਵ ਜਾਂ ਸ਼ਿਵ ਸੈਨਾ ਵਾਲੇ, NCP ਵਾਲੇ, ਤਾਂ ਇਹ ਸਾਰੇ ਧੜੇ ਨੇ। ਉੱਥੇ ਕੌਣ ਹੈ? ਉੱਥੇ ਉਹਨਾਂ ਦੀਆਂ ਪਾਰਟੀ ਦੀਆਂ 11 ਰਾਜਾਂ ਦੇ ਵਿੱਚ ਸਰਕਾਰਾਂ ਤੇ ਇੱਥੇ ਇਹਨਾਂ ਕੋਲੇ 3 ਰਾਜਾਂ ਦੀਆਂ ਸਰਕਾਰਾਂ। ਇਹਨਾਂ ਵਿੱਚੋਂ ਜਿਹੜੇ 3 ਵਿੱਚੋਂ ਹਾਲੇ ਵੀ ਕਿਸੇ ਨੇ ਐਨਡੀਏ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸ਼ਾਮਲ ਹੋਣ ਦਾ ਜਿਹੜਾ ਉਹ ਐਲਾਨ ਜਾਂ ਕਹਿ ਲਓ ਕਿ ਠੀਕ ਨਹੀਂ ਸਮਝਿਆ। ਪਰ ਇਸੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਸ ਜਿਹੜਾ ਐਨਡੀਏ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਸੱਦਾ ਨਹੀਂ ਮਿਲਿਆ, ਜਿਹਦੇ ਕਿ ਤਰ੍ਹਾਂ ਦੇ ਅਰਥ ਜਿਹੜੇ ਆ ਉਹ ਕੱਢੇ ਜਾ ਰਹੇ ਨੇ। ਇੱਕ ਪਾਸੇ 26 ਪਾਰਟੀਆਂ ਤੇ 11 ਰਾਜਾਂ ਦੇ ਵਿੱਚ ਸਰਕਾਰਾਂ, ਦੂਜੇ ਪਾਸੇ ਉਹ ਪ੍ਰਧਾਨ ਮੰਤਰੀ ਡਰਿਆ ਖੜਾ ਹੈ, ਜਿਹੜਾ ਪ੍ਰਧਾਨ ਮੰਤਰੀ ਉੱਤੇ ਭਾਜਪਾ ਜਿਹੜੀ ਉਹ ਕਹਿੰਦੀ ਸੀਗੀ ਕਿ ਇਕੱਲੇ ਦੇ ਵਿੱਚ ਦਮ ਹੈ, ਇਹ ਬੰਦਾ ਸਾਨੂੰ ਚੋਣ ਜਿਤਾ ਸਕਦਾ ਹੈ। ਪਰ ਅੱਜ ਉਹ ਵੀ ਵਿਰੋਧੀ ਪਾਰਟੀਆਂ ਦੀਆਂ, ਜਿਨ੍ਹਾਂ ਦੇ ਵਿੱਚ ਕਈ ਛੋਟੀਆਂ ਪਾਰਟੀਆਂ ਨੇ, ਉਹਨਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਤੇ ਸਿਰਫ 3 ਪਾਰਟੀਆਂ ਕੋਲੇ ਰਾਜਾਂ ਦੇ ਵਿੱਚ ਸਰਕਾਰਾਂ ਨੇ। ਤੇ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਵੀ ਵਿਸ਼ਲੇਸ਼ਣ ਕਰਾਂਗੇ ਕਿ ਕਿਹੜੇ ਰਾਜ ਦੇ ਵਿੱਚ ਕਿੰਨੀ ਸਰਕਾਰ ਹੈ ਤੇ ਉਹਦੇ ਕੋਲੇ ਕਿੰਨਾ ਵੋਟ % ਹੈ, ਜਿਹਦੇ ਨਾਲ ਇਹ ਸਮਝਿਆ ਜਾਵੇ ਕਿ ਸਿਆਸੀ ਦ੍ਰਿਸ਼ ਹੈ ਜਿਹੜਾ ਉਹ ਕਿੱਧਰ ਨੂੰ ਜਾ ਰਿਹਾ ਹੈ। ਫਿਲਹਾਲ ਇਹਨਾਂ ਖਬਰਾਂ ਨੇ, ਇਹਨਾਂ ਜੋ ਪਾਰਟੀ ਦੀਆਂ ਮੀਟਿੰਗਾਂ ਨੇ, ਭਾਜਪਾ, RSS, ਮੋਦੀ ਦੇ ਨਾਲ ਅਮਿਤ ਸ਼ਾਹ ਤੇ ਹੋਰ ਸਮੁੱਚੀ ਭਾਜਪਾ ਲੀਡਰਸ਼ਿਪ ਦੀ ਜਿਹੜੀ ਨੀਂਦ ਹੈ ਉਹ ਉਡਾ ਕੇ ਰੱਖ ਦਿੱਤੀ ਹੈ। ਸਿਆਸੀ ਮਾਹਰ ਮੰਨਦੇ ਨੇ ਕਿ ਰਾਹੁਲ ਗਾਂਧੀ ਦੀ ਜੋ ਭਾਰਤ ਜੋੜੋ ਯਾਤਰਾ ਸੀ, ਉਹਨੇ ਜਿੱਥੇ ਲੋਕਾਂ ਨੂੰ ਰਾਹੁਲ ਗਾਂਧੀ ਦੇ ਨਾਲ ਜੋੜਿਆ, ਉੱਥੇ ਪਾਰਟੀਆਂ ਨੂੰ ਵੀ ਇਸ ਗੱਲ ਵੱਲ ਧਿਆਨ ਖਿੱਚਿਆ ਪਾਰਟੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਰਾਹੁਲ ਗਾਂਧੀ ਕਰਾਊਡ ਪੁਲਰ ਬਣੇ। ਪਰ ਅੱਜ ਦੇ ਹਾਲਾਤਾਂ ਦੇ ਮੁਤਾਬਕ ਐਡੀ ਕੋਈ ਉਹਦੇ 'ਚ ਸਮਰੱਥਾ ਨਹੀਂ ਦਿਖਦੀ। ਪਰ ਕਿਉਂਕਿ ਦੂਜੇ ਪਾਸੇ ਸਿਆਸੀ ਪਾਰਟੀਆਂ ਜਿਹੜੀਆਂ ਖਾਸ ਕਰਕੇ ਖੇਤਰੀ ਪਾਰਟੀਆਂ ਨੇ, ਉਹਨਾਂ ਦੀ ਇੱਕ ਸਥਿਤੀ ਹੈ ਕਿ ਉਹਨਾਂ ਦਾ ਹੁਣ ਕਾਂਗਰਸ ਬਿਨਾਂ ਉਹ ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਤੇ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਕਾਂਗਰਸ ਇਕੱਲੀ ਇੰਨੀ ਸਮਰੱਥ ਨਹੀਂ ਕਿ ਦੇਸ਼ ਭਰ ਦੇ ਵਿੱਚ ਉਹ ਮੋਦੀ ਦਾ ਮੁਕਾਬਲਾ ਕਰ ਸਕੇ। ਸ਼ਾਇਦ ਇਸੇ ਕਰਕੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਹੁਣ ਇੱਕ ਮੰਚ ਤੇ ਆਉਣਾ ਪਿਆ। ਇਹ ਕਿਹਾ ਜਾ ਰਿਹਾ ਕਿ ਦੇਸ਼ ਦੀ ਸਿਆਸਤ ਦੇ ਇਤਿਹਾਸ ਦੇ ਵਿੱਚ 1970 ਤੋਂ ਬਾਅਦ ਦੂਜੀ ਵੱਡੀ ਘਟਨਾ ਹੈ, ਜਦੋਂ ਇੰਦਰਾ ਗਾਂਧੀ ਦੇ ਵਿਰੋਧ ਦੇ ਵਿੱਚ ਬਹੁਤ ਪਾਰਟੀਆਂ ਆਈਆਂ। ਜਦੋਂ ਇੰਦਰਾ ਗਾਂਧੀ ਆਪਣੇ ਆਪ ਨੂੰ ਭਾਰਤ ਮੰਨ ਕੇ ਚੱਲਦੀ ਸੀ, ਇੰਡੀਆ ਮੰਨ ਕੇ ਚੱਲਦੀ ਸੀ, ਤਾਂ ਉਦੋਂ ਵੀ ਇਸੇ ਤਰ੍ਹਾਂ ਦਾ ਦ੍ਰਿਸ਼ ਬਣਿਆ ਸੀ ਤੇ ਅੱਜ ਮੋਦੀ ਦੇ ਵਿਰੁੱਧ ਵੀ ਉਸ ਤਰ੍ਹਾਂ ਦਾ ਦ੍ਰਿਸ਼ ਬਣਿਆ। ਪਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਦੇਸ਼ ਦੇ ਵਿੱਚ ਜਦੋਂ ਘੱਟ ਗਿਣਤੀਆਂ ਤੇ ਹਮਲੇ ਹੋ ਰਹੇ ਸੀ, ਜਦੋਂ ਗਊ ਹੱਤਿਆ ਦੇ ਨਾਂ ਤੇ ਗੁੰਡਾਗਰਦੀ ਚੱਲ ਰਹੀ ਸੀ, ਜਦੋਂ ਪੈਗਾਸਸ ਰਫੇਲ ਦੇ ਮੁੱਦੇ ਚੱਲ ਰਹੇ ਸੀ, ਜਦੋਂ ਜੁਡੀਸ਼ਰੀ ਨੇ ਬਹੁਤ ਵਾਰ ਆ ਕੇ ਦੋਸ਼ ਲਾਏ ਸੀ, ਸੰਗੀਨ ਦੋਸ਼ ਲਾਏ ਸੀ, ਤਾਂ ਉਦੋਂ ਇਹ ਸਾਰੀਆਂ ਪਾਰਟੀਆਂ ਦੇ ਜਿਹੜੇ ਆਗੂ ਹੈ ਇਹ ਘਰਾਂ ਦੇ ਵਿੱਚ ਚੁੱਪ ਵੱਟ ਕੇ ਬੈਠੇ ਸਨ। ਕਿਸੇ ਵੀ ਪਬਲਿਕ ਮਸਲੇ ਨੂੰ ਲੈ ਕੇ, ਕਿਸੇ ਵੀ ਸੋਸ਼ਲ ਕਾਜ਼ ਨੂੰ ਲੈ ਕੇ ਇਹਨਾਂ ਪਾਰਟੀਆਂ ਦੇ ਕਿਸੇ ਵੀ ਲੀਡਰ ਨੇ ਕੋਈ ਵੱਡਾ ਅੰਦੋਲਨ ਖੜਾ ਨਹੀਂ ਕੀਤਾ। ਇਹਨਾਂ ਨੇ ਆਪੋਜੀਸ਼ਨ ਦੀ ਜੋ ਇੱਕ ਜ਼ਿੰਮੇਵਾਰੀ, ਅਖਲਾਕੀ ਜ਼ਿੰਮੇਵਾਰੀ ਹੈ, ਉਹਦੇ ਤੋਂ ਵੀ ਇਹ ਭੱਜਦੇ ਰਹੇ। ਪਰ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਨੂੰ ਕਿੱਡੀ ਕੁ ਟੱਕਰ ਦਿੰਦੇ ਨੇ। ਬਹੁਤ ਬਹੁਤ ਧੰਨਵਾਦ, ਜੁੜੇ ਰਹੋ।